ਹੈਲੋ ਸਟੂਡੈਂਟਸ 9th ਕਲਾਸ ਐਕਸਰਸਾਈਜ਼ 1.5 ਇਹਦੇ ਬਾਰੇ ਅਸੀਂ ਐਕਸਰਸਾਈਜ਼ 1.5 ਹਲੇ ਨਹੀਂ ਕਰਨੀ। ਸਭ ਤੋਂ ਪਹਿਲਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਹਨਾਂ ਦੀ ਇੰਟਰੋਡਕਸ਼ਨ ਜਾਣ ਪਛਾਣ, ਇਸ ਲੈਸਨ ਦੇ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਉਹਨਾਂ ਬਾਰੇ ਜਾਣਕਾਰੀ ਲੈਣੀ ਹੈ। ਠੀਕ ਹੈ, ਇਹਦੇ ਵਿੱਚ ਕਈ ਇੱਦਾਂ ਦੀਆਂ ਗੱਲਾਂ ਹੋਣੀਆਂ ਜਿਹੜੀਆਂ ਅਸੀਂ 8ਵੀਂ ਕਲਾਸ 'ਚ ਪੜ੍ਹੀਆਂ, ਅਤੇ ਕੁਛ ਇੱਕ ਨਵੀਆਂ ਚੀਜ਼ਾਂ ਜਿਹੜੀਆਂ ਇਸ ਲੈਸਨ ਦੇ ਨਾਲ ਸੰਬੰਧਿਤ ਇਸ ਲੈਸਨ ਦੇ ਸਮਝ ਨੂੰ ਕਰਨ ਲਈ ਜਿਹੜੀਆਂ ਸਾਨੂੰ ਕੰਮ ਆਉਣਗੀਆਂ, ਅਸੀਂ ਉਹ ਸਾਰੀਆਂ ਦੀ ਜਾਣਕਾਰੀ ਲੈਣੀ ਹੈ। ਠੀਕ ਹੈ, ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੀ ਪਿਛਲੀ ਕਲਾਸ 'ਚ ਪੜ੍ਹੀਆਂ ਉਹਨਾਂ ਬਾਰੇ ਗੱਲ ਕਰੀਏ। ਪਿਛਲੀ ਕਲਾਸ 'ਚ ਅਸੀਂ ਕੀ ਪੜ੍ਹਿਆ ਸੀਗਾ? ਅਸੀਂ ਫਾਰਮੂਲੇ ਕੀਤੇ ਸੀ। ਠੀਕ ਹੈ, ਫਾਰਮੂਲੇ 4 ਫਾਰਮੂਲੇ ਆ ਜਿਹੜੇ ਮੈਂ ਲਿਖ ਦੇਣੇ ਹੁਣ ਇੱਥੇ, ਉਹ ਤੁਹਾਨੂੰ ਯਾਦ ਆ ਜਾਣਗੇ ਕਿ ਹਾਂ ਅਸੀਂ ਇਹ ਕੀਤੇ ਸੀ। ਇੱਕ ਤਾਂ ਸੀਗਾ a+b ਦਾ ਹੋਲ ਸਕੁਏਅਰ ਪਹਿਲਾ, ਦੂਜਾ ਸੀਗਾ ਸਾਡਾ a-b ਦਾ ਹੋਲ ਸਕੁਏਅਰ, ਤੀਸਰਾ ਸੀਗਾ a+b ਗੁਣਾ a-b, a+b ਇੰਟੂ a-b, ਅਤੇ ਚੌਥਾ ਸੀ x+a ਇੰਟੂ x+b। ਇਹ 4 ਫਾਰਮੂਲੇ ਸੀ। ਇਹਦਾ ਕੀ ਸੀਗਾ ਆਨਸਰ ਸਾਡੇ ਕੋਲ? a² + b² + 2ab। ਇਹ ਸੀਗਾ ਸਾਡਾ a² + b² - 2ab। ਇਹ ਸੀਗਾ ਸਾਡਾ a² - b²। ਇਹ ਸੀਗਾ ਸਾਡਾ x² + a+b ਇੰਟੂ x + a ਇੰਟੂ b। ਇਹ 4 ਫਾਰਮੂਲੇ ਹੁਣ ਤੁਹਾਨੂੰ ਸਾਰਿਆਂ ਨੂੰ ਯਾਦ ਆ ਗਏ ਹੋਣੇ ਕਿ ਅਸੀਂ ਕੀਤੇ ਸੀ। ਉਸ ਤੋਂ ਬਾਅਦ ਅਸੀਂ ਘਾਤ ਅੰਕਾਂ ਦਾ ਚੈਪਟਰ ਕੀਤਾ ਸੀ, ਘਾਤ ਅੰਕ ਦਾ ਚੈਪਟਰ ਵੀ ਕੀਤਾ ਸੀ। ਠੀਕ ਹੈ, ਉਹਦੇ ਵਿੱਚ ਕੀ ਸੀਗਾ ਕਿ ਅਸੀਂ ਜਦੋਂ ਦੋ ਅੰਕਾਂ ਨੂੰ ਮਲਟੀਪਲਾਈ ਕਰਦੇ ਸੀ, ਜਿਨ੍ਹਾਂ ਦੀ ਕੋਈ ਪਾਵਰ ਹੁੰਦੀ ਸੀ, ਜਿਨ੍ਹਾਂ ਦੇ ਉੱਤੇ ਘਾਤ ਹੁੰਦਾ ਸੀ ਕੋਈ, ਹੈ ਨਾ। ਮੰਨ ਲਓ ਅਸੀਂ 5 ਦੀ ਘਾਤ 3 ਅਤੇ ਗੁਣਾ 5 ਦੀ ਘਾਤ 2। ਠੀਕ ਹੈ, ਅਸੀਂ ਇਹਨਾਂ ਨੂੰ ਗੁਣਾ ਕਰਨੀ। ਹੁਣ ਇਹਦੇ ਵਿੱਚ ਕੀ ਸੀਗਾ? ਬੇਸ ਸੇਮ ਸੀਗਾ। ਬੇਸ ਮਤਲਬ ਆਧਾਰ 5 ਆ, ਇੱਥੇ ਵੀ ਆਧਾਰ 5 ਹੈ, ਅਤੇ ਇਹਨਾਂ ਦੀ ਘਾਤ 3 ਹੈ, ਇੱਥੇ 2 ਆ। ਜਦੋਂ ਆਧਾਰ ਬਰਾਬਰ ਹੁੰਦੇ ਆ ਅਤੇ ਅਸੀਂ ਗੁਣਾ ਕਰਨੀ ਹੁੰਦੀ ਆ, ਤਾਂ ਸਾਡੀਆਂ ਪਾਵਰ ਜਿਹੜੀਆਂ ਘਾਤਾਂ ਜਿਹੜੀਆਂ ਉਹ ਪਲੱਸ ਹੋ ਜਾਂਦੀਆਂ। ਜਦੋਂ ਬੇਸ ਸੇਮ ਹੋਵੇ ਪਾਵਰਸ ਅਤੇ ਮਲਟੀਪਲੀਕੇਸ਼ਨ ਹੋਵੇ ਤਾਂ ਪਾਵਰਸ ਪਲੱਸ ਹੋ ਜਾਂਦੀਆਂ। ਕੀ ਹੋ ਜਾਣਾ ਸੀ? ਇਹ 5 ਦੀ ਪਾਵਰ ਕਿਹੜੀ? 3 + 2 = 5 ਦੀ ਪਾਵਰ 5 ਹੋ ਗਈ, 5 ਦੀ ਪਾਵਰ 5 ਹੋ ਗਈ। ਠੀਕ ਹੈ, ਅਤੇ ਜਦੋਂ ਅਸੀਂ ਇਹਨਾਂ ਨੂੰ ਡਿਵਾਈਡ ਕਰਦੇ ਹਾਂ ਤਾਂ ਪਾਵਰਸ ਜਿਹੜੀਆਂ ਉਹ ਮਾਈਨਸ ਹੋ ਜਾਂਦੀਆਂ। ਮੰਨ ਲਓ ਅਸੀਂ ਸੇਮ ਬੇਸ ਵਾਲੀਆਂ ਰਕਮਾਂ ਨੂੰ ਅਸੀਂ ਡਿਵਾਈਡ ਕਰਦੇ ਹਾਂ, ਭਾਗ ਕਰਦੇ ਹਾਂ, ਤਾਂ ਜਿਹੜੀਆਂ ਪਾਵਰਸ ਹੈ ਫਿਰ ਉਹ ਮਾਈਨਸ ਹੋ ਜਾਂਦੀਆਂ। ਪਹਿਲੇ ਦੇ ਵਿੱਚੋਂ ਜਿਹਦੇ ਨਾਲ ਅਸੀਂ ਭਾਗ ਕਰਦੇ ਉਹ ਮਾਈਨਸ ਹੋ ਜਾਂਦੀ ਹੈ। ਇੱਥੇ 5 ਦੀ ਪਾਵਰ 3 - 2 ਤਾਂ 5 ਰਹਿ ਗਿਆ, ਫਿਰ 5 ਦੀ ਪਾਵਰ 1 ਅਸੀਂ 1 ਲਿਖ ਦੇਣੀ। ਠੀਕ ਹੈ, ਇਹ ਅਸੀਂ ਕਰਕੇ ਆਏ ਹਾਂ। ਹੁਣ ਇਹ ਚੀਜ਼ ਇੱਥੇ ਅੰਡਰ ਰੂਟ ਵਾਲਿਆਂ 'ਤੇ ਵੀ ਲਾਗੂ ਹੋਣੀ ਹੈ। ਅੰਡਰ ਰੂਟ ਵਾਲੇ ਜਿੱਦਾਂ ਮੰਨ ਲਓ ਮੈਂ ਇੱਥੇ 5 ਦਾ ਅੰਡਰ ਰੂਟ ਹੈ ਗੁਣਾ 5 ਦਾ ਅੰਡਰ ਰੂਟ। ਅੰਡਰ ਰੂਟ ਦਾ ਮਤਲਬ ਹੈ ਪਾਵਰ 1/2। ਅੰਡਰ ਰੂਟ ਦਾ ਮਤਲਬ ਕੀ ਹੈ? ਪਾਵਰ ਜਾਂ ਘਾਤ 1/2। ਇਹ ਸਾਡੀ ਹੋ ਜਾਣੀ ਆ 5 ਦੀ ਘਾਤ 1/2 ਗੁਣਾ 5 ਦੀ ਘਾਤ 1/2। ਹੁਣ ਸਾਡਾ ਬੇਸ ਬਰਾਬਰ ਹੋ ਗਿਆ, ਸੇਮ ਹੋ ਗਿਆ ਨਾ। ਇਹਦੀ ਗੁਣਾ ਕਰਾਂਗੇ ਤਾਂ ਇਹਦੀਆਂ ਪਾਵਰ ਜਿਹੜੀਆਂ ਪਲੱਸ ਹੋ ਜਾਣੀਆਂ। 5 ਦੀ ਪਾਵਰ 1/2 + 1/2, ਇਹ ਹੋ ਜਾਣੀ ਆ 5 ਦੀ ਪਾਵਰ 2 ਲਗੁੱਤਮ ਆ ਗਿਆ, 1 + 1, ਇਹ ਆ ਗਿਆ ਸਾਡਾ 5 ਦੀ ਪਾਵਰ 2/2, 2 × 2, 2 × 2, ਅਤੇ ਇਹ ਆ ਗਿਆ 5। ਠੀਕ ਹੈ, ਹੁਣ ਇੱਥੋਂ ਕੀ ਕਨਕਲੂਜ਼ਨ ਨਿਕਲਦਾ ਆ? ਸਿੱਟਾ ਕੀ ਨਿਕਲਣਾ ਆ ਕਿ ਜਦੋਂ ਇੱਕੋ ਜਿਹੀਆਂ ਦੋ ਰਕਮਾਂ ਦੀ ਗੁਣਾ ਹੋਈ ਹੋ ਅਤੇ ਉਹਨਾਂ ਦਾ ਹੋਵੇ ਅੰਡਰ ਰੂਟ, ਅਤੇ ਆਨਸਰ ਸਾਡਾ ਉਹੀ ਰਕਮ ਆਉਂਦੀ ਹੈ। 5 ਦਾ ਅੰਡਰ ਰੂਟ ਗੁਣਾ 5 ਦਾ ਅੰਡਰ ਰੂਟ ਬਰਾਬਰ 5। ਠੀਕ ਹੈ, ਇੱਦਾਂ ਹੀ 3 ਦਾ ਅੰਡਰ ਰੂਟ ਗੁਣਾ 3 ਦਾ ਅੰਡਰ ਰੂਟ ਬਰਾਬਰ 3। ਠੀਕ ਹੈ, 61 ਦਾ ਅੰਡਰ ਰੂਟ ਗੁਣਾ 61 ਦਾ ਅੰਡਰ ਰੂਟ, 61 ਦਾ ਅੰਡਰ ਰੂਟ ਇੰਟੂ 61 ਦਾ ਅੰਡਰ ਰੂਟ = 61। ਠੀਕ ਹੈ, ਆਪਣੇ ਆਪ ਉਹੀ ਰਕਮ ਆ ਜਾਂਦੀ ਹੈ। ਇਹ ਯਾਦ ਰੱਖਣਾ, ਜਦੋਂ ਇਹਨਾਂ ਦੀ ਮਲਟੀਪਲਾਈ ਕਰਨਾ ਹੈ ਇੱਕੋ ਜਿਹੀਆਂ ਇਹਨਾਂ ਦੀ ਅੰਡਰ ਰੂਟ ਵਾਲੀਆਂ ਰਕਮਾਂ ਦੀ, ਤਾਂ ਉਹਨਾਂ ਦਾ ਆਨਸਰ ਉਹ ਰਕਮ ਆਪ ਹੀ ਹੁੰਦੀ ਹੈ। ਇਸ ਤੋਂ ਬਾਅਦ ਅਗਲਾ ਅਸੀਂ ਦੇਖੀਏ ਕਿ ਜੇ ਵੱਖਰੇ ਵੱਖਰੇ ਹੋਣ, ਜ਼ਰੂਰੀ ਥੋੜ੍ਹੀ ਹੈ ਹਰ ਵਾਰੀ ਵੀ ਇੱਕੋ ਜਿਹੇ ਅੱਖਰਾਂ ਦੀ ਗੁਣਾ ਹੋ ਜਾਣੀ ਹੈ, ਦੂਜਾ ਕੋਈ ਨਾਲ ਲੜਨਾ ਹੀ ਨਹੀਂ। ਜੇ ਮੰਨ ਲਓ ਇੱਦਾਂ ਹੋ ਜਾਏ ਅੰਡਰ ਰੂਟ 5 ਗੁਣਾ ਅੰਡਰ ਰੂਟ 3, ਫਿਰ ਅਸੀਂ ਕੀ ਕਰਨਾ? ਅੰਡਰ ਰੂਟ ਦੋਨਾਂ ਦੇ ਉੱਤੇ ਹੈਗਾ, ਦੋਨਾਂ ਦੀ ਅੱਧੀ ਅੱਧੀ ਸ਼ਕਤੀ ਹੈ, ਸ਼ਕਤੀ ਤਾਂ ਦੋਨਾਂ ਦੀ ਅੱਧੀ ਅੱਧੀ ਹੈਗੀ ਆ, ਪਾਵਰ ਦੋਨਾਂ ਦੀ ਘਾਤ ਅੱਧੀ ਅੱਧੀ ਹੈ, ਅਤੇ ਅਸੀਂ ਕੀ ਕਰਨਾ? 5 ਦੀ 3 ਨਾਲ ਗੁਣਾ ਕਰ ਦੇਣੀ ਅਤੇ ਦੋਨਾਂ ਦੇ ਉੱਤੇ ਅੰਡਰ ਰੂਟ ਪਾ ਦੇਣਾ। 5 ਦੀ 3 ਨਾਲ ਗੁਣਾ ਹੋਈ ਤਾਂ 5 × 3 = 15, ਅਤੇ ਇਹ ਸਾਡਾ ਜਵਾਬ ਆ ਗਿਆ। ਕਹਿਣ ਦਾ ਭਾਵ ਜਦੋਂ ਅਲੱਗ ਅਲੱਗ ਹੋਣ
ਤਾਂ ਅੰਕਾਂ ਦੀ ਗੁਣਾ ਕਰ ਲੈਣੀ ਤਾਂ ਅੰਡਰ ਰੂਟ ਨੇ ਕਿਤੇ ਨਹੀਂ ਜਾਣਾ, ਸਾਂਝਾ ਹੋ ਕੇ ਅੰਡਰ ਰੂਟ ਉਹਨਾਂ ਦੇ ਉੱਤੇ ਆ ਜਾਣਾ। ਇਹ ਹੈਗਾ ਇਹਨਾਂ ਰਕਮਾਂ ਨੂੰ, ਜਿਹੜੀਆਂ ਸਾਡੀਆਂ ਇਰੈਸ਼ਨਲ ਨੰਬਰ ਆ ਉਹਨਾਂ ਨੂੰ ਗੁਣਾ ਕਰਨ ਦੇ ਤਰੀਕੇ, ਠੀਕ ਹੈ, ਉਹਨਾਂ ਨੂੰ ਗੁਣਾ ਕਰਨ ਵੇਲੇ ਯਾਦ ਰੱਖਣ ਵਾਲੀਆਂ ਗੱਲਾਂ। ਹੁਣ ਉਸ ਤੋਂ ਬਾਅਦ ਅਸੀਂ ਪ੍ਰੋਪਰਟੀਜ਼ ਕੀਤੀਆਂ ਸੀਗੀਆਂ ਰੈਸ਼ਨਲ ਨੰਬਰ 'ਤੇ, ਯਾਨੀ ਕਿ ਪਰਿਮੇਯ ਸੰਖਿਆਵਾਂ 'ਤੇ ਅਸੀਂ ਪ੍ਰੋਪਰਟੀਜ਼ ਕੀਤੀਆਂ ਸੀ, ਗੁਣ ਕੀਤੇ ਸੀ, ਹੈ ਨਾ। ਪ੍ਰੋਪਰਟੀ ਕਲੋਜ਼ਰ ਕੀਤੀ ਸੀ। ਕਲੋਜ਼ਰ ਪ੍ਰੋਪਰਟੀ ਮਤਲਬ ਬੰਦ ਦਾ ਗੁਣ ਕੀਤਾ ਸੀ ਅਸੀਂ। ਬੰਦ ਗੁਣ ਜਿਹੜਾ ਆ ਉਹ ਰੈਸ਼ਨਲ ਨੰਬਰ 'ਤੇ ਪਰਿਮੇਯ ਸੰਖਿਆਵਾਂ ਦੇ ਉੱਤੇ ਉਹ ਟਰੂ ਹੁੰਦਾ ਹੈ। ਬੰਦ ਦੇ ਗੁਣ ਦੇ ਵਿੱਚ ਅਸੀਂ 4 ਚੀਜ਼ਾਂ ਦੇਖਦੇ ਹਾਂ। ਪਲੱਸ ਦੇ ਅੰਤਰਗਤ ਦੇਖਦੇ ਹਾਂ ਕਿ ਇਹ ਬੰਦ ਹੈ, ਮਾਈਨਸ ਦੇ ਅੰਤਰਗਤ ਦੇਖਦੇ ਹਾਂ ਕਿ ਇਹ ਬੰਦ ਹੈ, ਗੁਣਾ ਦੇ ਅੰਤਰਗਤ ਦੇਖਦੇ ਹਾਂ ਕਿ ਇਹ ਬੰਦ ਹੈ, ਅਤੇ ਭਾਗ ਦੇ ਅੰਤਰਗਤ ਦੇਖਦੇ ਹਾਂ ਕਿ ਇਹ ਬੰਦ ਹੈ, ਠੀਕ ਹੈ। ਹੁਣ ਮੈਂ ਪੰਜਾਬੀ 'ਚ ਬੋਲਿਆ ਅਤੇ ਇੰਗਲਿਸ਼ ਦੇ ਵਿੱਚ ਅਸੀਂ ਕਹਿੰਦੇ ਕਿ ਇਹ ਜਿਹੜੇ ਰੈਸ਼ਨਲ ਨੰਬਰ ਹੈਗੇ ਆ ਇਹ ਐਡੀਸ਼ਨ ਲਈ, ਮਲਟੀਪਲਾਈ ਲਈ, ਮਾਈਨਸ ਲਈ ਅਤੇ ਡਿਵੀਜ਼ਨ ਲਈ ਕੀ ਇਹ ਟਰੂ ਹੈਗੇ ਆ, ਠੀਕ ਹੈ। ਕਲੋਜ਼ਰ ਪ੍ਰੋਪਰਟੀ ਇੱਥੇ ਐਪਲੀਕੇਬਲ ਹੈਗੀ ਆ, ਅਸੀਂ ਇਹ ਜਾਣਿਆ ਸੀ। ਕਲੋਜ਼ਰ ਪ੍ਰੋਪਰਟੀ ਜਿਹੜੀ ਆ ਰੈਸ਼ਨਲ ਨੰਬਰ 'ਤੇ ਐਪਲੀਕੇਬਲ ਹੈ। ਜੇ ਅਸੀਂ 2 ਰੈਸ਼ਨਲ ਨੰਬਰ ਪਲੱਸ ਕਰਦੇ ਹਾਂ ਅਤੇ ਆਂਸਰ ਸਾਡਾ ਰੈਸ਼ਨਲ ਨੰਬਰ ਹੀ ਆਉਂਦਾ। ਜੇ ਅਸੀਂ 2 ਰੈਸ਼ਨਲ ਨੰਬਰ ਮਾਈਨਸ ਕਰਦੇ ਹਾਂ ਤਾਂ ਆਂਸਰ ਸਾਡਾ ਰੈਸ਼ਨਲ ਨੰਬਰ ਹੀ ਆਉਂਦਾ। ਜੇ ਦੋ ਰੈਸ਼ਨਲ ਨੰਬਰ ਨੂੰ ਮਲਟੀਪਲਾਈ ਕਰਦੇ ਹਾਂ ਅਤੇ ਆਂਸਰ ਸਾਡਾ ਰੈਸ਼ਨਲ ਨੰਬਰ ਹੀ ਆਉਂਦਾ ਆ। ਜੇ ਅਸੀਂ 2 ਰੈਸ਼ਨਲ ਨੰਬਰ ਨੂੰ ਡਿਵਾਈਡ ਕਰਦੇ ਹਾਂ ਤਾਂ ਆਂਸਰ ਸਾਡਾ ਰੈਸ਼ਨਲ ਨੰਬਰ ਹੀ ਆਉਂਦਾ, ਠੀਕ ਹੈ ਨਾ। ਇਹ ਅਸੀਂ ਪਹਿਲਾਂ ਕਰ ਚੁੱਕੇ ਹਾਂ ਪ੍ਰੋਪਰਟੀ, ਕਲੋਜ਼ਰ ਪ੍ਰੋਪਰਟੀ ਦੇ ਅੰਡਰ ਅਸੀਂ ਇਹਨਾਂ ਨੂੰ ਰੈਸ਼ਨਲ ਨੰਬਰਸ ਨੂੰ ਅਸੀਂ ਕਰ ਚੁੱਕੇ ਹਾਂ, ਅਸੀਂ ਪੜ੍ਹ ਚੁੱਕੇ ਹਾਂ। ਹੁਣ ਅਸੀਂ ਰੈਸ਼ਨਲ ਨੰਬਰ ਦੇਖਣੇ ਆ। ਇਹਨਾਂ ਨੂੰ ਵੀ ਠੀਕ ਹੈ, ਇਹਨਾਂ ਨੂੰ ਵੀ ਅਸੀਂ ਦੇਖਣਾ ਪਲੱਸ 'ਚ, ਮਾਈਨਸ 'ਚ, ਗੁਣਾ 'ਚ ਅਤੇ ਭਾਗ ਦੇ ਵਿੱਚ। ਕੀ 2 ਇਰੈਸ਼ਨਲ ਨੰਬਰਸ ਨੂੰ ਪਲੱਸ ਕਰਕੇ ਸਾਡਾ ਆਂਸਰ ਇਰੈਸ਼ਨਲ ਹੀ ਆਉਂਦਾ ਹੈ? ਕੀ 2 ਨੰਬਰ ਇਰੈਸ਼ਨਲ ਹੋਣ, ਉਹਨਾਂ ਨੂੰ ਮਾਈਨਸ ਕਰਕੇ ਸਾਡਾ ਆਂਸਰ ਇਰੈਸ਼ਨਲ ਨੰਬਰ ਹੀ ਆਏਗਾ, ਅਪਰਿਮੇਯ ਸੰਖਿਆ ਹੀ ਆਏਗੀ? ਅਤੇ ਕੀ ਉਹਨਾਂ ਨੂੰ ਭਾਗ ਕਰਕੇ ਜਾਂ ਕੀ ਉਹਨਾਂ ਨੂੰ ਗੁਣਾ ਕਰਕੇ ਸਾਡਾ ਆਂਸਰ ਇਰੈਸ਼ਨਲ ਦਾ ਇਰੈਸ਼ਨਲ ਹੀ ਆਉਂਦਾ? ਇਹ ਅਸੀਂ ਦੇਖਣਾ, ਠੀਕ ਹੈ। ਹੁਣ ਸਾਡੀ ਇੱਥੇ ਅਸੀਂ ਕਲੋਜ਼ਰ ਪ੍ਰੋਪਰਟੀ ਇੱਥੇ ਚੈੱਕ ਕਰਨੀ ਆ। ਚੈੱਕ 4 ਐਸਪੈਕਟਸ ਦੇ ਵਿੱਚ ਕਰਨੀ ਹੈ, ਪਲੱਸ, ਮਾਈਨਸ, ਮਲਟੀਪਲੀਕੇਸ਼ਨ ਅਤੇ ਡਿਵੀਜ਼ਨ 'ਚ। ਸੋ ਹੁਣ ਇਹਨਾਂ ਨੂੰ ਚੈੱਕ ਕਰੀਏ ਅਸੀਂ ਕਿ ਸਭ ਤੋਂ ਪਹਿਲਾਂ ਐਡੀਸ਼ਨ ਲਈ ਦੇਖਦੇ ਅਸੀਂ। ਐਡੀਸ਼ਨ ਵਾਸਤੇ ਸਾਡੇ ਪਹਿਲਾਂ ਦੇਖੋ ਸਾਡੀਆਂ ਅਪਰਿਮੇਯ ਸੰਖਿਆਵਾਂ √2, √5, ਮੈਂ ਪਹਿਲਾਂ ਵੀ ਲਿਖ ਕੇ ਹਟੀ ਹਾਂ, √7, ਇੱਦਾਂ ਦੀਆਂ ਕੁਛ ਵੀ ਹੋ ਸਕਦੀਆਂ, √6, √8, ਜਿਹਨਾਂ ਦਾ ਪੂਰਨ ਵਰਗ ਨਹੀਂ ਹੁੰਦਾ, ਹੈ ਨਾ। ਇੱਦਾਂ ਦੀਆਂ ਇਹਨਾਂ ਨੂੰ ਹੁਣ ਅਸੀਂ ਐਡ ਕਰ ਲਈਏ। ਮੰਨ ਲਓ ਮੈਂ ਐਡੀਸ਼ਨ ਕਰਦੀ ਹਾਂ √2 ਪਲੱਸ √3, 2 ਇਰੈਸ਼ਨਲ ਨੰਬਰ ਹੈ, ਦੋਨਾਂ ਨੂੰ ਜੋੜਿਆ ਅਤੇ ਸਾਡਾ ਆਂਸਰ ਕੀ ਆ ਗਿਆ? ਇਰੈਸ਼ਨਲ ਹੀ ਆ ਗਿਆ, ਠੀਕ ਹੈ। ਅਤੇ ਜੇ ਮੈਂ ਇੱਦਾਂ ਕਰਦਾ √2 ਪਲੱਸ √2 ਤਾਂ ਵੀ ਸਾਡਾ ਇੱਦਾਂ ਦਾ 2 √2 ਆਂਸਰ ਸਾਡਾ ਆ ਗਿਆ, ਠੀਕ ਹੈ। 2 √2 ਆ ਗਿਆ ਅਤੇ ਇਹ ਵੀ ਸਾਡਾ ਇਰੈਸ਼ਨਲ ਨੰਬਰ ਹੀ ਹੋ ਗਿਆ, ਅਪਰਿਮੇਯ ਸੰਖਿਆ ਹੋਇਆ। ਅਪਰਿਮੇਯ ਪਲੱਸ ਅਪਰਿਮੇਯ ਬਰਾਬਰ ਅਪਰਿਮੇਯ। ਪਰ ਇੱਕ ਐਗਜ਼ਾਮਪਲ ਇੱਦਾਂ ਦੀ ਵੀ ਹੈਗੀ ਆ, ਉਹ ਵੀ ਦੇਖਣੀ ਅਸੀਂ, ਕਿ ਅਸੀਂ ਕਰ ਲਈਏ √2 ਪਲੱਸ ਮਾਈਨਸ √2, ਅਪਰਿਮੇਯ ਸੰਖਿਆ ਦੇ ਵਿੱਚੋਂ ਪਲੱਸ ਕਰਨੀ ਹੈ ਮਾਈਨਸ ਦੀ ਅਪਰਿਮੇਯ ਸੰਖਿਆ, ਠੀਕ ਹੈ। ਜਦੋਂ ਇਹਨੂੰ ਮਾਈਨਸ ਕਰਾਂਗੇ ਤਾਂ ਇਹ ਸਾਡਾ ਹੋਣਾ √2 ਮਾਈਨਸ √2 ਇਜ਼ ਇਕੁਅਲ ਟੂ 0, ਅਤੇ 0 ਕੀ ਹੈ? ਸਾਡਾ ਰੈਸ਼ਨਲ ਨੰਬਰ ਹੈ, ਠੀਕ ਹੈ। 0 ਸਾਡਾ ਰੈਸ਼ਨਲ ਨੰਬਰ ਹੈ। ਹੁਣ 2 ਇਰੈਸ਼ਨਲ ਨੂੰ ਪਲੱਸ ਕੀਤਾ ਤਾਂ ਸਾਡਾ ਆਂਸਰ ਰੈਸ਼ਨਲ ਨੰਬਰ ਆ ਗਿਆ। ਪਹਿਲਾਂ ਅਸੀਂ ਇਹ 2 ਐਗਜ਼ਾਮਪਲ ਪਹਿਲਾਂ ਲਈਆਂ ਸੀ ਕਿ ਅਸੀਂ ਇਰੈਸ਼ਨਲ ਨੰਬਰ ਨੂੰ ਪਲੱਸ ਕਰਦੇ ਸੀ ਅਤੇ ਸਾਡਾ ਆਂਸਰ ਇਰੈਸ਼ਨਲ ਹੀ ਆਉਂਦਾ ਸੀ। ਪਰ ਇੱਥੇ 2 ਇਰੈਸ਼ਨਲ ਨੰਬਰ ਨੂੰ ਅਸੀਂ ਪਲੱਸ ਕੀਤਾ ਤਾਂ ਸਾਡਾ ਆਂਸਰ ਰੈਸ਼ਨਲ ਨੰਬਰ ਆ ਗਿਆ। ਤਾਂ ਇਹਦਾ ਮਤਲਬ ਕਿ ਜਿਹੜੀ ਇਹ ਪ੍ਰੋਪਰਟੀ ਕਲੋਜ਼ਰ ਪ੍ਰੋਪਰਟੀ ਹੈ ਇਰੈਸ਼ਨਲ ਨੰਬਰ ਲਈ ਐਪਲੀਕੇਬਲ, ਐਡੀਸ਼ਨ 'ਤੇ ਐਪਲੀਕੇਬਲ ਨਹੀਂ ਹੈਗੀ। ਜੋੜ ਦੇ ਅੰਤਰਗਤ ਇਹ ਜਿਹੜੀ ਇਰੈਸ਼ਨਲ ਨੰਬਰ ਦੀ ਪ੍ਰੋਪਰਟੀ ਹੈਗੀ ਆ, ਇਹ ਇਰੈਸ਼ਨਲ ਨੰਬਰ ਜਿਹੜੇ ਆ ਜੋੜ ਦੇ ਅੰਤਰਗਤ ਬੰਦ ਨਹੀਂ ਹੈਗੇ, ਠੀਕ ਹੈ। ਇਸੇ ਤਰ੍ਹਾਂ ਅਸੀਂ ਸਬਟਰੈਕਸ਼ਨ ਲਈ ਦੇਖ ਲੈਂਦੇ ਹਾਂ। ਸਬਟਰੈਕਸ਼ਨ ਲਈ √3 ਮਾਈਨਸ √5
ਜੇ ਮੈਂ ਕਰਦਾ ਤਾਂ ਇਹ ਕੀ ਹੈ, ਸਾਡੀ ਇੱਕ अपरिमेय संख्या ही बनती है। ਜਾਂ ਮੰਨ ਲਓ मैं कर दिनी आ 4√5 माइनस 2√5, 5 ਦੇ ਅੰਡਰ ਰੂਟ 4 है तो 5 ਦੇ ਅੰਡਰ ਰੂਟ 2 है, 4 'ਚ 2 गए किन्ने रह जाने 2 अंडर रूट 5। अगेन इरेशनल आ गया, अपरिमेय आया, पर सेम वही है कि जे असी अंडर रूट 3 माइनस अंडर रूट 3 कर दईए तो साढ़े को 0 आ जाता, इरेशनल नंबर है। ਇਹਦਾ ਮਤਲਬ ਸਬਟਰੈਕਸ਼ਨ ਵੀ ਜਿਹੜਾ ਆ ਇਹ ਕਲੋਜ਼ਰ ਪ੍ਰੋਪਰਟੀ ਦੇ ਕਲੋਜ਼ਰ ਪ੍ਰੋਪਰਟੀ 'ਚ ਇਰੈਸ਼ਨਲ ਨੰਬਰ 'ਤੇ ਐਪਲੀਕੇਬਲ ਨਹੀਂ ਹੈ। ਠੀਕ ਹੈ, ਕਿਉਂਕਿ ਕਈ ਵਾਰੀ ਇਰੈਸ਼ਨਲ ਨੰਬਰ ਆਉਂਦਾ ਉਹਦਾ ਆਨਸਰ ਕਈ ਵਾਰੀ ਉਹਦਾ ਰੈਸ਼ਨਲ ਆ ਗਿਆ। ਇਸੇ ਤਰ੍ਹਾਂ ਮਲਟੀਪਲੀਕੇਸ਼ਨ 'ਚ ਦੇਖ ਲੈਂਦੇ ਹਾਂ। ਮਲਟੀਪਲੀਕੇਸ਼ਨ ਲਈ ਵੀ ਅਸੀਂ ਕੋਈ ਐਗਜ਼ਾਮਪਲ ਲੈ ਲੈਂਦੇ ਹਾਂ। ਮੰਨ ਲਓ ਅਸੀਂ ਲੈਂਦੇ ਹਾਂ 3 ਅੰਡਰ ਰੂਟ ਮਲਟੀਪਲਾਈ ਬਾਈ 2 ਅੰਡਰ ਰੂਟ, 3 ਅੰਡਰ ਰੂਟ ਮਲਟੀਪਲਾਈ ਬਾਈ 2 ਅੰਡਰ ਰੂਟ ਕਰ ਲਈਏ। ਜਦੋਂ ਅਸੀਂ ਇੱਦਾਂ ਦੇ ਅੰਡਰ ਰੂਟ ਦੀ ਮਲਟੀਪਲੀਕੇਸ਼ਨ ਕਰਦੇ ਹਾਂ ਤਾਂ ਮੈਂ ਪਹਿਲਾਂ ਦੱਸ ਕੇ ਹਟੀ ਹਾਂ ਇੱਥੇ, ਇਹ ਦੇਖੋ ਕਿ ਅਸੀਂ ਇਹਨਾਂ ਦੀ ਮਲਟੀਪਲੀਕੇਸ਼ਨ ਕਰ ਲੈਂਦੇ ਹਾਂ ਅੰਦਰਲੇ ਅੱਖਰਾਂ ਦੀ। ਠੀਕ ਹੈ, ਸੇਮ ਹੀ ਹੈ। 3 ਨੂੰ 3 ਨੂੰ 2 ਨਾਲ ਮਲਟੀਪਲਾਈ ਕਰਾਂਗੇ 6 ਅੰਡਰ ਰੂਟ, ਇਹ ਸਾਡਾ ਇਰੈਸ਼ਨਲ ਹੀ ਆ ਗਿਆ, अपरिमेय आ गया। एक अपरिमेय गुणा अपरिमेय संख्या बराबर अपरिमेय संख्या। पर ਇੱਥੇ ਅਸੀਂ ਹੋਰ ਐਗਜ਼ਾਮਪਲ ਵੀ ਲੈ ਲਾਂਗੇ। ਜੇ ਅੰਡਰ ਰੂਟ 3 ਮਲਟੀਪਲਾਈ ਬਾਈ ਅੰਡਰ ਰੂਟ 3 ਇਜ਼ ਇਕੁਅਲ ਟੂ 3, ਇਹ ਵੀ ਇਰੈਸ਼ਨਲ ਆ, ਇਹ ਵੀ ਇਰੈਸ਼ਨਲ ਆ, ਤੇ ਆਂਸਰ ਸਾਡਾ ਕੀ ਆ ਗਿਆ, ਰੈਸ਼ਨਲ। आंसर की आ गया रैशनल। सो उस तो बाद ਇਹਦਾ ਮਤਲਬ ਹੈ ਮਲਟੀਪਲੀਕੇਸ਼ਨ ਲਈ ਵੀ ਐਪਲੀਕੇਬਲ ਨਹੀਂ ਹੈਗੀ ਇੱਥੇ। ਠੀਕ ਹੈ, ਕਲੋਜ਼ਰ ਪ੍ਰੋਪਰਟੀ। ਫਿਰ ਅਸੀਂ ਡਿਵੀਜ਼ਨ ਲਈ ਦੇਖ ਲੈਂਦੇ ਹਾਂ। ਜੇ ਅਸੀਂ ਡਿਵੀਜ਼ਨ ਲਈ ਦੇਖੀਏ ਤਾਂ ਮੰਨ ਲਓ ਅਸੀਂ 3 ਅੰਡਰ ਰੂਟ ਨੂੰ 5 ਅੰਡਰ ਰੂਟ ਨਾਲ ਅਸੀਂ ਡਿਵਾਈਡ ਕਰਦੇ ਹਾਂ, ਤੇ ਸਾਡੇ ਕੋਲ ਕੀ ਆ ਗਿਆ, ਇਹ ਇਰੈਸ਼ਨਲ ਨੰਬਰ ਹੀ ਆਇਆ। ਕੀ ਆ ਗਿਆ, ਇਰੈਸ਼ਨਲ ਨੰਬਰ। ਤੇ ਜੇ ਅਸੀਂ ਹੁਣ ਦੂਜੀ ਐਗਜ਼ਾਮਪਲ ਲੈ ਲਈਏ ਇਹਦੇ ਨਾਲ ਹੀ, ਹੈ ਨਾ, ਅੰਡਰ ਰੂਟ 5 ਡਿਵਾਈਡਡ ਬਾਈ ਅੰਡਰ ਰੂਟ 5, ਮਤਲਬ ਅੰਡਰ ਰੂਟ 5 ਬਟਾ ਅੰਡਰ ਰੂਟ 5 ਬਰਾਬਰ 1। ਠੀਕ ਹੈ, ਇੱਕ ਜਿਹੜਾ ਕੀ ਹੈ, ਰੈਸ਼ਨਲ ਹੈ, ਇੱਕ ਰੈਸ਼ਨਲ ਨੰਬਰ ਹੈ ਸਾਡਾ। ਇੱਥੇ ਫਿਰ ਇਹ ਵੀ ਨਹੀਂ ਟਰੂ, ਕਹਿੰਦਾ ਭਾਵ ਕਿ ਇਰੈਸ਼ਨਲ ਨੰਬਰ ਜਿਹੜੇ ਆ, ਇਰੈਸ਼ਨਲ ਨੰਬਰ ਦੇ ਉੱਤੇ ਕਲੋਜ਼ਰ ਪ੍ਰੋਪਰਟੀ ਜਿਹੜੀ ਹੈ ਐਪਲੀਕੇਬਲ ਨਹੀਂ ਹੈ, ਨਾ ਐਡੀਸ਼ਨ 'ਤੇ, ਨਾ ਸਬਟਰੈਕਸ਼ਨ 'ਤੇ, ਨਾ ਮਲਟੀਪਲੀਕੇਸ਼ਨ 'ਤੇ, ਅਤੇ ਨਾ ਡਿਵੀਜ਼ਨ 'ਤੇ। ਉਸ ਤੋਂ ਬਾਅਦ ਅਸੀਂ ਇੱਕ ਹੋਰ ਦੇਖਣਾ ਆ ਕਿ ਅਸੀਂ ਜਦੋਂ ਮਲਟੀਪਲਾਈ ਕਰਦੇ ਹਾਂ, ਇੱਕ ਰੈਸ਼ਨਲ ਹੋਵੇ, ਇਹ ਚਾਰੇ ਗੁਣ ਜਿਹੜੇ ਅਸੀਂ ਇਹਦੇ ਚਾਰੇ ਗੁਣ ਜਿਹੜੇ ਅਸੀਂ ਦੇਖਣੇ ਆ, ਇੱਕ ਨੰਬਰ ਇਰੈਸ਼ਨਲ ਹੋਵੇ ਤੇ ਇੱਕ ਰੈਸ਼ਨਲ ਨੰਬਰ ਹੋਵੇ, ਤਾਂ ਕਿ ਉੱਥੇ ਇਹਨਾਂ ਦਾ ਇੱਕ ਕਿਹੋ ਜਿਹੇ ਸਾਨੂੰ ਰਿਜ਼ਲਟ ਦਿੰਦੇ ਆ। ਇੱਕ ਨੰਬਰ ਪਰਿਮੇਯ ਹੋਵੇ ਤੇ ਇੱਕ अपरिमेय ਹੋਵੇ। ਠੀਕ ਹੈ, ਜੇ ਇੱਕ ਨੰਬਰ ਸਾਡੇ ਕੋਲ ਪਰਿਮੇਯ ਹੋਵੇ ਤੇ ਦੂਜਾ अपरिमेय ਹੋਏ ਤਾਂ ਸਾਡੇ ਕੋਲ ਰਿਜ਼ਲਟ ਕਿੱਦਾਂ ਦਾ ਆਉਂਦਾ, ਰੈਸ਼ਨਲ ਤੇ ਇਰੈਸ਼ਨਲ। ठीक है, मान लो एक साडा नंबर एडिशन ਲਈ देख लिए पहला, एक साडा नंबर रैशनल है, ਉਹਦੇ ਵਿੱਚ ਅਸੀਂ इरैशनल प्लस कर दिता तो साडा रिजल्ट की हो गया, इरैशनल। ये साडा रिजल्ट की बन गया, इरैशनल। ठीक है, सबट्रैक्शन ਲਈ ਵੀ इदां देख सकते हैं। सबट्रैक्शन ਲਈ भी यही हो सकता, एक साडा रैशनल है माइनस असी इरैशनल कर दईए तो आंसर साडा की बन गया, इरैशनल। ठीक है, मल्टीप्लाई ਲਈ भी देखांगे कि एक साडे कोल रैशनल नंबर है, उन्होंने मल्टीप्लाई करता असी इरैशनल नाल ते साडा आंसर की आ गया, इरैशनल। ठीक है, उस तो बाद असी डिवीजन ਲਈ देख लांगे। डिवीजन मान लो अंडर रूट 3
ਡਿਵਾਈਡਡ ਬਾਈ ਅੰਡਰ ਰੂਟ ਇੱਕ ਪਰਿਮੇਯ ਤੇ ਇੱਕ ਅਪਰਿਮੇਯ। ਇਹ ਅਪਰਿਮੇਯ ਨੂੰ ਅਸੀਂ ਪਰਿਮੇਯ ਨਾਲ ਡਿਵਾਈਡ ਕਰ ਦਿੱਤਾ ਤਾਂ ਸਾਡਾ ਆਨਸਰ ਕੀ ਹੋ ਜਾਇਆ ਅਪਰਿਮੇਯ। ਕਹਿੰਦਾ ਭਾਵ ਜਦੋਂ ਵੀ ਇੱਕ ਅਪਰਿਮੇਯ ਤੇ ਇੱਕ ਪਰਿਮੇਯ ਸੰਖਿਆਵਾਂ ਜਿਹੜੀਆਂ ਆ ਇਹਨਾਂ ਦੇ ਉੱਤੇ ਕਲੋਜ਼ਰ ਪ੍ਰੋਪਰਟੀ ਵਾਲਾ ਗੁਣ ਜਿਹੜਾ ਆ ਉਹ ਲਾਗੂ ਨਹੀਂ ਹੁੰਦਾ, ਐਪਲੀਕੇਬਲ ਨਹੀਂ ਹੈਗਾ, ਕਿਉਂਕਿ ਪਰਿਮੇਯ ਤੇ ਅਪਰਿਮੇਯ ਦੀ ਕਿਸੇ ਗੁਣਾ ਹੁੰਦੀ ਹੈ ਤਾਂ ਸਾਡਾ ਆਨਸਰ ਜਿਹੜਾ ਅਪਰਿਮੇਯ 'ਚ ਆਉਂਦਾ ਆ। ਸੋ ਇਹ ਸਾਡੇ ਸਵਾਲਾਂ ਲਈ ਕੰਮ ਵਾਲੀਆਂ ਚੀਜ਼ਾਂ ਸੀਗੀਆਂ, ਠੀਕ ਹੈ, ਜਿਹੜੀਆਂ ਅਸੀਂ ਇਸ ਐਕਸਰਸਾਈਜ਼ ਦੇ ਵਿੱਚ ਕਰਨੀਆਂ ਆ ਨੈਕਸਟ ਦੇ ਵਿੱਚ, ਅਤੇ ਉਹਦੀ ਵੀਡੀਓ ਬਾਅਦ 'ਚ ਬਣੇਗੀ। ਪਹਿਲਾਂ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਨਾਲ ਦੇਖਣਾ, ਇਹਨਾਂ ਨੂੰ ਸਮਝਣਾ ਆ ਤਾਂ ਕਿ ਸਾਨੂੰ ਲੈਸਨ ਕਰਨਾ ਜਿਹੜਾ ਸੌਖਾ ਹੋ ਜਾਏ। ਥੈਂਕ ਯੂ।